ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦੋਂ ਸਾਬੋ ਦੀ ਤਲਵੰਡੀ ਜ਼ਿਲ੍ਹਾ ਬਠਿੰਡਾ ਪਹੁੰਚੇ ਤਾਂ ਉੱਥੇ ਦਾ ਜਗੀਰਦਾਰ ਡੱਲਾ ਗੁਰੂ ਜੀ ਦਾ ਬਹੁਤ ਵੱਡਾ ਸ਼ਰਧਾਲੂ ਸੀ। ਇਸ ਲਈ ਉਸਨੇ ਗੁਰੂ ਜੀ ਨੂੰ ਆਪਣੇ ਇੱਥੇ ਰੋਕਿਆ। ਹੁਣ ਚੌਧਰੀ ਡੱਲਾ ਗੁਰੂ ਜੀ ਨੂੰ ਉਹਨਾਂ ਦੇ ਸਾਹਿਬਜ਼ਾਦਿਆਂ ਦੇ ਲੜਾਈ ਵਿੱਚ ਸ਼ਹੀਦ ਹੋਣ ਉੱਤੇ ਸੋਗ ਵਿਅਕਤ ਕਰਨ ਲੱਗਾ ਅਤੇ ਕਿਹਾ ਕਿ ਜੇਕਰ ਤੁਸੀਂ ਮੈਨੂੰ ਯਾਦ ਕੀਤਾ ਹੁੰਦਾ ਤਾਂ ਮੈਂ ਆਪਣੀ ਫੌਜ ਸਹਿਤ ਪਹੁੰਚ ਜਾਂਦਾ ਤਾਂ ਸ਼ਾਇਦ ਸਾਹਿਬਜ਼ਾਦੇ ਸ਼ਹੀਦ ਨਾ ਹੁੰਦੇ। ਗੁਰੂ ਜੀ ਦੇ ਨਾਲ ਗੱਲ ਕਰਦੇ ਹੋਏ ਉਹ ਆਪਣੀ ਫੌਜ ਦੇ ਜਵਾਨਾਂ ਦੀ ਬਹੁਤ ਹੀ ਜ਼ਿਆਦਾ ਪ੍ਰਸ਼ੰਸਾ ਵਾਰ-ਵਾਰ ਕਰ ਰਿਹਾ ਸੀ। ਤਾਂ ਗੁਰੂ ਜੀ ਨੇ ਕਿਹਾ ਕਿ ਅੱਛਾ ਭਾਈ ਡੱਲਾ ਜੀ, ਫਿਰ ਕਦੇ ਅਸੀਂ ਤੁਹਾਡੇ ਜਵਾਨਾਂ ਅਤੇ ਤੁਹਾਡੀ ਪ੍ਰੀਖਿਆ ਲਵਾਂਗੇ। ਉਦੋਂ ਗੁਰੂ ਜੀ ਦਾ ਇੱਕ ਚੇਲਾ ਜੋ ਕਿਤੇ ਬਹੁਤ ਦੂਰੋਂ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ ਸੀ, ਉਸਨੇ ਇੱਕ ਸੁੰਦਰ ਬੰਦੂਕ ਗੁਰੂ ਜੀ ਨੂੰ ਭੇਟ ਕੀਤੀ। ਉਸ ਬੰਦੂਕ ਨੂੰ ਵੇਖ ਕੇ ਗੁਰੂ ਜੀ ਬਹੁਤ ਜ਼ਿਆਦਾ ਖੁਸ਼ ਹੋਏ ਅਤੇ ਕਹਿਣ ਲੱਗੇ ਕਿ ਉਹਨਾਂ ਨੇ ਉਸ ਬੰਦੂਕ ਦੇ ਨਿਸ਼ਾਨੇ ਦੀ ਪ੍ਰੀਖਿਆ ਕਰਨੀ ਹੈ ਅਤੇ ਉਸ ਦੀ ਘਾਤਕ ਸ਼ਕਤੀ ਨੂੰ ਵੀ ਜਾਂਚਣਾ ਹੈ। ਭਾਈ ਡੱਲਿਆ, ਤੁਸੀਂ ਆਪਣੇ ਇੱਕ ਨੌਜਵਾਨ ਨੂੰ ਭੇਜੋ ਜਿਸ ਉੱਤੇ ਨਿਸ਼ਾਨਾ ਲਗਾ ਕੇ ਉਸ ਬੰਦੂਕ ਦੀ ਸ਼ਕਤੀ ਵੇਖ ਸਕਾਂ ਕਿ ਇਹ ਕਿੰਨੀ ਘਾਤਕ ਹੈ। ਹੁਣ ਡੱਲਾ ਮਨਾਹੀ ਨਹੀਂ ਕਰ ਸਕਿਆ। ਉਹ ਆਪਣੇ ਸੈਨਿਕਾਂ ਦੇ ਕੋਲ ਅੱਪੜਿਆ ਅਤੇ ਸਾਰੇ ਸੈਨਿਕਾਂ ਨੂੰ ਗੁਰੂ ਜੀ ਦਾ ਹੁਕਮ ਸੁਣਾਇਆ ਕਿ ਉਹਨਾਂ ਨੂੰ ਇੱਕ ਬੰਦੂਕ ਦੀ ਪਰਖ ਕਰਨ ਲਈ ਇੱਕ ਜਵਾਨ ਦੀ ਜ਼ਰੂਰਤ ਹੈ ਕੋਈ ਇੱਕ ਜੋ ਆਪਣੇ ਆਪ ਨੂੰ ਉਸ ਕੰਮ ਲਈ ਪੇਸ਼ ਕਰੇ। ਇਸ ਉੱਤੇ ਸਾਰੇ ਸੈਨਿਕਾਂ ਦਾ ਦੋ ਟੁਕਾ ਜਵਾਬ ਸੀ ਕਿ ਕਿਸੇ ਯੁੱਧ ਖੇਤਰ ਵਿੱਚ ਤਾਂ ਦੋ ਹੱਥ ਦਿਖਾਣਗੇ, ਪਰ ਅਣਚਾਹੀ ਮੌਤ ਬਿਨਾਂ ਲੜੇ ਮਰੇ ਉਹ ਗੋਲੀ ਦਾ ਨਿਸ਼ਾਨਾ ਨਹੀਂ ਬਣਨਾ ਚਾਹੁੰਦੀ। ਇਸ ਉੱਤੇ ਡੱਲਾ ਨਿਰਾਸ਼ ਹੋ ਕੇ ਪਰਤ ਆਇਆ। ਇਹ ਵੇਖ ਕੇ ਗੁਰੂ ਜੀ ਕਹਿਣ ਲੱਗੇ, ਅੱਛਾ ਭਾਈ ਡੱਲਿਆ, ਤੁਹਾਡਾ ਕੋਈ ਫੌਜੀ ਤੁਹਾਡੀ ਗੱਲ ਨਹੀਂ ਮੰਨਦਾ ਤਾਂ ਠੀਕ ਹੈ, ਤੂੰ ਆਪ ਹੀ ਸਾਡੀ ਬੰਦੂਕ ਦੇ ਪ੍ਰੀਖਿਆ ਲਈ ਆਪਣੇ ਆਪ ਨੂੰ ਪੇਸ਼ ਕਰ। ਪਰ ਇਹ ਸੁਣ ਕੇ ਚੌਧਰੀ ਡੱਲਾ ਘਬਰਾ ਗਿਆ ਅਤੇ ਕਹਿਣ ਲੱਗਾ, ਗੁਰੂ ਜੀ, ਮੈਂ ਕਿਵੇਂ ਮਰ ਜਾਵਾਂ? ਮੇਰੇ ਪਿੱਛੇ ਰਾਜਪਾਟ ਦਾ ਕੀ ਹੋਵੇਗਾ? ਹੁਣੇ ਤਾਂ ਮੈਂ ਦੁਨੀਆ ਵਿੱਚ ਵੇਖਿਆ ਹੀ ਕੀ ਹੈ। ਇਹ ਸੁਣ ਕੇ ਗੁਰੂ ਜੀ ਨੇ ਕਿਹਾ, ਅੱਛਾ ਭਾਈ ਡੱਲਿਆ, ਤੂੰ ਅਜਿਹਾ ਕਰ, ਸਾਡੇ ਡੇਰੇ ਉੱਤੇ ਚਲਾ ਜਾ। ਵੇਖੋ ਉੱਤੇ ਮੇਰੇ ਸਿੱਖ ਹੋਣਗੇ, ਉਹਨਾਂ ਨੂੰ ਦੱਸੋ ਕਿ ਗੁਰੂ ਜੀ ਨੇ ਬੰਦੂਕ ਦੀ ਪ੍ਰੀਖਿਆ ਕਰਨੀ ਹੈ, ਇਸ ਲਈ ਉਸ ਦਾ ਨਿਸ਼ਾਨਾ ਬਣਨ ਲਈ ਕੇਵਲ ਇੱਕ ਸਿੱਖ ਦੀ ਲੋੜ ਹੈ। ਭਾਈ ਡੱਲਾ ਹੁਕਮ ਮੰਨ ਕੇ ਗੁਰੂ ਜੀ ਦੇ ਲੰਗਰ ਦੀ ਤਰਫ ਚਲਾ ਗਿਆ। ਉੱਥੇ ਗੁਰੂ ਜੀ ਦੇ ਦੋ ਸਿੱਖ ਲੰਗਰ ਦੀ ਸੇਵਾ ਕਰ ਰਹੇ ਸਨ ਜੋ ਆਪਸ ਵਿੱਚ ਪਿਓ ਪੁੱਤਰ ਸਨ, ਜਿਨ੍ਹਾਂ ਦੇ ਨਾਮ ਸਰਦਾਰ ਬੀਰ ਸਿੰਘ ਤੇ ਸਰਦਾਰ ਧੀਰ ਸਿੰਘ ਸੀ। ਉਦੋਂ ਭਾਈ ਡੱਲੇ ਨੇ ਉਹਨਾਂ ਨੂੰ ਗੁਰੂ ਜੀ ਦਾ ਹੁਕਮ ਸੁਣਾਇਆ। ਇਹ ਸੁਣਦੇ ਹੀ ਬਾਪ ਪੁੱਤਰ ਦੋਨੋਂ ਭੱਜ ਕੇ ਗੁਰੂ ਜੀ ਦੇ ਕੋਲ ਪਹੁੰਚ ਗਏ। ਉਸ ਸਮੇਂ ਪਿਤਾ ਦੇ ਹੱਥ ਆਟੇ ਵੱਲੋਂ ਸਣੇ ਹੋਏ ਸਨ ਅਤੇ ਪੁੱਤਰ ਪਗੜੀ ਲਪੇਟਦੇ ਹੋਏ ਆਇਆ ਸੀ। ਪੁੱਤ ਯੁਵਾ ਅਵਸਥਾ ਵਿੱਚ ਸੀ, ਸੋ ਭੱਜ ਕੇ ਜਲਦੀ ਪਹੁੰਚ ਗਿਆ। ਪਰ ਪਿਤਾ ਗੁਰੂ ਜੀ ਵੱਲੋਂ ਕਹਿਣ ਲੱਗਾ, ਹੇ ਗੁਰੂ ਜੀ, ਮੈਂ ਤੁਹਾਡਾ ਹੁਕਮ ਪਹਿਲਾਂ ਸੁਣਿਆ ਹੈ ਅਤੇ ਇਸ ਨੂੰ ਬਾਅਦ ਵਿੱਚ ਮੈਂ ਦੱਸਿਆ ਹੈ, ਇਸ ਲਈ ਮੇਰਾ ਹੱਕ ਹੈ ਕਿ ਤੁਸੀਂ ਮੈਨੂੰ ਹੀ ਨਿਸ਼ਾਨਾ ਬਣਾਵੋ। ਪਰ ਪੁੱਤਰ ਦੀ ਦਲੀਲ ਸੀ ਕਿ ਉਹ ਉਹਨਾਂ ਦੇ ਕੋਲ ਪਹਿਲਾਂ ਪਹੁੰਚਿਆ ਹੈ, ਇਸ ਲਈ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਵੇ। ਇਸ ਉੱਤੇ ਗੁਰੂ ਜੀ ਕਹਿਣ ਲੱਗੇ ਕਿ ਦੋਨੋਂ ਇੱਕ ਲਾਈਨ ਵਿੱਚ ਖੜੇ ਹੋ ਜਾਵੋ। ਇਸ ਉੱਤੇ ਪੁੱਤ ਅੱਗੇ ਅਤੇ ਪਿਤਾ ਪਿੱਛੇ ਖੜਾ ਹੋ ਗਿਆ, ਪਰ ਪਿਤਾ ਦਾ ਕੱਦ ਛੋਟਾ ਸੀ, ਇਸ ਲਈ ਉਸਨੇ ਆਪਣੇ ਪੈਰਾਂ ਦੇ ਹੇਠਾਂ ਇੱਟਾਂ ਰੱਖ ਲਈਆਂ। ਉਦੋਂ ਗੁਰੂ ਜੀ ਨੇ ਬੰਦੂਕ ਦੀ ਨਾਲੀ ਥੋੜੀ ਜਿਹੀ ਦੂਜੇ ਪਾਸੇ ਕਰ ਦਿੱਤੀ। ਉਹ ਦੋਨੋਂ ਭੱਜ ਕੇ ਫਿਰ ਨਾਲੀ ਦੀ ਸੀਧ ਵਿੱਚ ਖੜੇ ਹੋ ਗਏ। ਉਦੋਂ ਗੁਰੂ ਜੀ ਨੇ ਨਾਲੀ ਦਾ ਮੂੰਹ ਫਿਰ ਘੁਮਾ ਦਿੱਤਾ। ਇਹ ਵੇਖ ਕੇ ਉਹ ਲੋਕ ਫਿਰ ਨਾਲੀ ਦੀ ਸੀਧ ਵਿੱਚ ਆ ਗਏ। ਗੁਰੂ ਜੀ ਇਸ ਪ੍ਰਕਾਰ ਵਾਰ-ਵਾਰ ਨਾਲੀ ਦਾ ਮੂੰਹ ਘੁਮਾ ਦਿੰਦੇ ਸਨ ਤਾਂ ਉਹ ਸਿੰਘ ਭੱਜ ਕੇ ਫਿਰ ਵੱਲੋਂ ਬੰਦੂਕ ਦੀ ਨਾਲੀ ਦੀ ਸੀਧ ਵਿੱਚ ਖੜੇ ਹੋਣ ਦਾ ਯਤਨ ਕਰਦੇ। ਅਖੀਰ ਵਿੱਚ ਗੁਰੂ ਜੀ ਨੇ ਹਵਾ ਵਿੱਚ ਗੋਲੀ ਚਲਾ ਦਿੱਤੀ ਅਤੇ ਕਿਹਾ, ਵੇਖ ਭਾਈ ਡੱਲਿਆ, ਇਹ ਮੇਰੇ ਸਿੱਖ ਹੀ ਮੇਰੇ ਫੌਜੀ ਹਨ, ਜਿਨ੍ਹਾਂ ਉੱਤੇ ਮੈਨੂੰ ਗਰਵ ਹੈ। ਇਹ ਮੇਰੇ ਲਈ ਆਪਣਾ ਸਭ ਕੁਝ ਕੁਰਬਾਨ ਕਰ ਸਕਦੇ ਹਨ। ਇਹਨਾਂ ਦੇ ਜ਼ੋਰ ਉੱਤੇ ਮੈਂ ਚਮਕੌਰ ਸਾਹਿਬ ਅਤੇ ਦੂਜੇ ਖੇਤਰਾਂ ਵਿੱਚ ਲੜਾਈ ਲੜਿਆ ਹਾਂ। ਇਹ ਮੇਰੀ ਬੰਦੂਕ ਦੇ ਸਾਹਮਣੇ ਅਜਿਹੇ ਨਾਚ ਨੱਚ ਰਹੇ ਹਨ ਜਿਵੇਂ ਸੱਪ ਬੀਣ ਦੀ ਆਵਾਜ਼ ਉੱਤੇ ਨੱਚਦਾ ਹੈ। ਇਹਨਾਂ ਵੀਰ ਅਤੇ ਸਾਹਸੀ ਯੋਧਾਵਾਂ ਉੱਤੇ ਮੈਨੂੰ ਨਾਜ਼ ਹੈ, ਪਰ ਤੁਹਾਡੇ ਸੈਨਿਕਾਂ ਵਿੱਚ ਤਾਂ ਇੱਕ ਵੀ ਨਹੀਂ ਨਿਕਲਿਆ ਜੋ ਤੁਹਾਡਾ ਹੁਕਮ ਸਕੇ। ਚੌਧਰੀ ਡੱਲੇ ਨੂੰ ਇਹ ਕੋਤਕ ਵੇਖ ਕੇ ਸਮਝ ਆ ਗਈ ਸੀ ਕਿ ਉਸਦੇ ਜਵਾਨ ਤਾਂ ਨੌਕਰੀ ਖਾਤਰ ਹੀ ਜੰਗਾਂ ਵਿੱਚ ਹਿੱਸਾ ਲੈਂਦੇ ਹਨ, ਪਰ ਗੁਰੂ ਦੇ ਸਿੱਖ
ਗੁਰੂ ਜੀ ਦੀ ਖੁਸ਼ੀ ਹਾਸਲ ਕਰਨ ਲਈ ਜਾਨ ਵਾਰਨ ਨੂੰ ਹਮੇਸ਼ਾ ਤਿਆਰ ਰਹਿੰਦੇ ਹਨ। ਇਸ ਘਟਨਾ ਦੇ ਮਗਰੋਂ ਡੱਲੇ ਨੇ ਆਪਣੇ ਜਵਾਨਾਂ ਦੀ ਵਡਿਆਈ ਕਰਨੀ ਛੱਡ ਦਿੱਤੀ। ਸਰਹੰਦ ਵਿੱਚ ਜਦੋਂ ਨਵਾਬ ਵਜ਼ੀਰ ਖਾਨ ਨੂੰ ਇਹ ਸੂਚਨਾ ਮਿਲੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਬੋ ਦੀ ਤਲਵੰਡੀ ਦੇ ਜਗੀਰਦਾਰ ਡੱਲੇ ਦੇ ਕੋਲ ਉਸਦੇ ਮਹਿਮਾਨ ਦੇ ਰੂਪ ਵਿੱਚ ਠਹਿਰੇ ਹੋਏ ਹਨ, ਤਾਂ ਉਸਨੇ ਤੁਰੰਤ ਜਗੀਰਦਾਰ ਡੱਲੇ ਨੂੰ ਕੜੇ ਸ਼ਬਦਾਂ ਵਾਲਾ ਪੱਤਰ ਭੇਜਿਆ, ਜਿਸ ਵਿੱਚ ਆਦੇਸ਼ ਸੀ ਕਿ ਗੁਰੂ ਜੀ ਮੁਗਲ ਹਕੂਮਤ ਦੇ ਬਾਗੀ ਹਨ ਅਤੇ ਉਹਨਾਂ ਨੂੰ ਸਾਡੇ ਹਵਾਲੇ ਕਰ ਦਿਓ। ਅਜਿਹਾ ਕਰਨ ਉੱਤੇ ਸਮਰਾਟ ਵੱਲੋਂ ਇਨਾਮ ਵੀ ਦਿਲਵਾਇਆ ਜਾਵੇਗਾ। ਜੇਕਰ ਇਸ ਦੇ ਵਿਪਰੀਤ ਆਦੇਸ਼ ਦੀ ਉਲੰਘਣਾ ਕੀਤੀ ਗਈ ਤਾਂ ਜਗੀਰ ਜ਼ਬਤ ਕਰ ਲਈ ਜਾਵੇਗੀ ਅਤੇ ਮੁਗਲ ਫੌਜ ਤੈਨੂੰ ਮਿੱਟੀ ਵਿੱਚ ਮਿਲਾ ਦੇਵੇਗੀ। ਇਸ ਪੱਤਰ ਦਾ ਡੱਲੇ ਉੱਤੇ ਕੋਈ ਪ੍ਰਭਾਵ ਨਹੀਂ ਹੋਇਆ। ਉਹ ਗੁਰੂ ਜੀ ਦੇ ਸੰਗਤ ਦੇ ਕਾਰਨ ਨਿਡਰ ਹੋ ਚੁੱਕਿਆ ਸੀ। ਉਸਨੇ ਧਮਕੀਆਂ ਭਰੇ ਪੱਤਰ ਦਾ ਜਵਾਬ ਬਹੁਤ ਹੀ ਸਾਹਸ ਭਰੇ ਸ਼ਬਦਾਂ ਵਿੱਚ ਦਿੰਦੇ ਹੋਏ ਲਿਖਿਆ ਕਿ ਗੁਰੂ ਜੀ ਮੇਰੇ ਸਨਮਾਨਯੋਗ ਮਹਿਮਾਨ ਹਨ, ਮੈਂ ਉਹਨਾਂ ਦੇ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹਾਂ। ਜੇਕਰ ਤੂੰ ਮੇਰੇ ਉੱਤੇ ਹਮਲਾ ਕੀਤਾ ਤਾਂ ਤੁਹਾਡਾ ਇਸ ਖੇਤਰ ਵੱਲੋਂ ਜਿੰਦਾ ਬਚ ਕੇ ਜਾਣਾ ਅਸੰਭਵ ਹੋਵੇਗਾ, ਕਿਉਂਕਿ ਇਸ ਰੇਗਿਸਤਾਨ ਵਿੱਚ ਪਾਣੀ ਦੇ ਅਨਹੋਦ ਵਿੱਚ ਅਸੀਂ ਤੈਨੂੰ ਪਿਆਸੇ ਹੀ ਮਾਰ ਦੇਵਾਂਗੇ। ਇਹ ਕੜਾ ਜਵਾਬ ਸੁਣ ਕੇ ਨਵਾਬ ਵਜ਼ੀਰ ਖਾਂ ਡੱਲੇ ਉੱਤੇ ਹਮਲਾ ਕਰਨ ਦਾ ਸਾਹਸ ਨਹੀਂ ਕਰ ਪਾਇਆ। ਚੌਧਰੀ ਡੱਲੇ ਨੇ ਗੁਰੂ ਜੀ ਦੀ ਸੇਵਾ ਕਰਨ ਵਿੱਚ ਬੜੀ ਦਲੇਰੀ ਵਿਖਾਈ ਸੀ। ਉਸਨੇ ਸਰਹੰਦ ਦੇ ਨਵਾਬ ਦੀਆਂ ਧਮਕੀਆਂ ਦੀ ਕੋਈ ਪਰਵਾਹ ਨਹੀਂ ਸੀ ਕੀਤੀ, ਸਗੋਂ ਉਸਨੂੰ ਸਾਫ਼ ਲਿਖ ਦਿੱਤਾ ਸੀ ਕਿ ਉਹ ਗੁਰੂ ਸਾਹਿਬ ਨੂੰ ਫੜਨ ਦੀ ਗਲਤੀ ਬਿਲਕੁਲ ਨਾ ਕਰੇ। ਗੁਰੂ ਜੀ ਭਾਈ ਡੱਲੇ ਦੀ ਇਸ ਕੁਰਬਾਨੀ ਦੀ ਕਦਰ ਕਰਦੇ ਸਨ। ਇੱਕ ਦਿਨ ਗੁਰੂ ਜੀ ਨੇ ਪ੍ਰਸੰਨ ਹੋ ਕੇ ਭਾਈ ਡੱਲੇ ਨੂੰ ਕਿਹਾ, ਭਾਈ ਡੱਲਿਆ, ਗੁਰੂ ਨਾਨਕ ਜੀ ਦੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ, ਜੋ ਕੁਝ ਤੂੰ ਚਾਹੁੰਦਾ ਹੈ ਦੱਸ। ਭਾਈ ਡੱਲੇ ਨੇ ਬੜੀ ਨਿਮਰਤਾ ਨਾਲ ਜਵਾਬ ਦਿੱਤਾ, ਹੇ ਗੁਰੂ ਜੀ, ਧਨ ਜ਼ਮੀਨ ਇੱਜ਼ਤ ਆਦਿ ਦੁਨਿਆਵੀ ਪਦਾਰਥ ਅੱਗੇ ਹੀ ਤੁਹਾਡੀ ਕਿਰਪਾ ਨਾਲ ਬਥੇਰੇ ਹਨ, ਇਹਨਾਂ ਪਦਾਰਥਾਂ ਦੀ ਹੋਰ ਚਾਹ ਨਹੀਂ। ਬਸ ਤੁਸੀਂ ਤਾਂ ਆਪਣੇ ਚਰਨਾਂ ਵਿੱਚ ਇੱਕ ਪੀੜੀ ਜਿੰਨੀ ਥਾਂ ਦੇ ਦਿਓ। ਗੁਰੂ ਸਾਹਿਬ ਨੇ ਉੱਤਰ ਦਿੱਤਾ, ਭਾਈ ਡੱਲਿਆ, ਤੂੰ ਸਾਡੀ ਸੇਵਾ ਕਰਨ ਵਿੱਚ ਦੁਨਿਆਵੀ ਪਦਾਰਥ ਖਤਰੇ ਵਿੱਚ ਪਾਏ ਹਨ, ਉਹਨਾਂ ਦੇ ਬਦਲੇ ਦੁਨਿਆਵੀ ਪਦਾਰਥ ਹੀ ਮਿਲ ਸਕਦੇ ਹਨ। ਜੋ ਕੁਝ ਤੂੰ ਮੰਗਦਾ ਹੈ ਉਹ ਦੁਨਿਆਵੀ ਪਦਾਰਥ ਦੇ ਵੱਟੇ ਨਹੀਂ ਮਿਲ ਸਕਦਾ। ਗੁਰੂ ਨਾਲ ਨੇੜਤਾ ਤਾਂ ਪ੍ਰੇਮ ਦਾ ਸੌਦਾ ਹੈ। ਪ੍ਰੇਮ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ। ਇੱਥੇ ਤਾਂ ਤਨ ਮਨ ਭੇਟ ਕਰਨਾ ਪੈਂਦਾ ਹੈ। ਜੇ ਤੂੰ ਸਾਡੀ ਨੇੜਤਾ ਚਾਹੁੰਦਾ ਹੈ ਤਾਂ ਉਹੀ ਪ੍ਰਣ ਕਰ ਜੋ ਸਿੰਘਾਂ ਨੇ ਕੀਤਾ ਹੈ, ਜੋ ਅਸੀਂ ਵੀ ਕੀਤਾ ਹੈ। ਸੋ ਅੰਮ੍ਰਿਤ ਛਕ ਕੇ ਸਿੱਖੀ ਮਾਰਗ ਤੇ ਚੱਲ। ਇੰਜ ਕੀਤਿਆਂ ਗੁਰੂ ਘਰ ਵਿੱਚ ਸਦਾ ਲਈ ਥਾਂ ਮਿਲ ਜਾਵੇਗੀ। ਭਾਈ ਡੱਲੇ ਨੇ ਗੁਰੂ ਜੀ ਦੇ ਉਪਦੇਸ਼ ਅੱਗੇ ਸਿਰ ਨਵਾਇਆ। ਅੰਮ੍ਰਿਤ ਛਕ ਕੇ ਉਹ ਭਾਈ ਡੱਲਾ ਸਿੰਘ ਬਣਿਆ ਤੇ ਆਪਣੇ ਸਾਰੇ ਪਰਿਵਾਰ ਨੂੰ ਅੰਮ੍ਰਿਤ ਛਕਾਇਆ। ਸੋ ਪਿਆਰੀ ਸਾਧ ਸੰਗਤ ਜੀ, ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ।